ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਦਿਨਾਂ ਤੋਂ ਕਿਸਾਨੀ ਦੇ ਨਾਲ ਸੰਬੰਧਿਤ ਆਰਡੀਨੈਂਸ ਜਿਹੜਾ ਹੁਣ ਬਿੱਲ ਦੀ ਸ਼ਕਲ ਦੇ ਵਿੱਚ ਹੈ ਤੇ ਮੇਰੇ ਖਿਆਲ ਦੇ ਨਾਲ ਰੋਕਣਾ ਬੜਾ ਅਸੰਭਵ ਹੈ, ਕਿਉਂਕਿ ਰਾਸ਼ਟਰਪਤੀ ਦੇ ਵੱਲੋਂ ਵੀ ਉਸ ਦੇ ਉੱਪਰ ਦਸਤਖਤ ਹੋ ਜਾਣਗੇ ਤੇ ਇਹ ਜਿਹੜਾ ਆਰਡੀਨੈਂਸ ਹੈ ਇਹ ਕਾਨੂੰਨ ਬਣ ਜਾਵੇਗਾ। ਇਹਦੀਆਂ ਜਿਹੜੀਆਂ ਕੁਝ ਮੱਦਾਂ ਨੇ ਉਹਨਾਂ ਨੂੰ ਲੜੀਵਾਰ ਤੁਹਾਡੇ ਨਾਲ ਵਿਚਾਰਿਆ ਸੀ, ਔਰ ਅੱਜ ਉਸ ਦੀ ਇੱਕ ਬੜੀ ਅਹਿਮ ਮੱਦ, ਕਿਉਂਕਿ ਅਕਸਰ ਜਦੋਂ ਅਸੀਂ ਕਹਿੰਦੇ ਹਾਂ ਕਿ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ, ਕਿਸਾਨਾਂ ਦਾ ਖੇਤੀਬਾੜੀ ਦਾ ਜਿਹੜਾ ਧੰਦਾ ਹੈ ਉਹ ਬਿਲਕੁਲ ਚੌਪਟ ਹੋ ਜਾਵੇਗਾ, ਜਾਂ ਜਿਹੜੀ ਕਿਸਾਨੀ ਜਿਨਸ ਦੀ ਜਿਹੜੀ ਇਜਾਰੇਦਾਰੀ ਹੈ ਬਹੁਤ ਵੱਡੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਆ ਜਾਵੇਗੀ। ਪਰ ਜਿੰਨਾ ਚਿਰ ਤੱਕ ਅਸੀਂ ਇਸ ਦੀ ਡੂੰਘੇਰੀ ਪੜਤਾਲ ਨਹੀਂ ਕਰਦੇ, ਸਾਨੂੰ ਆਮ ਪੰਜਾਬ ਦੀ ਜਨ ਮਾਨਸਿਕਤਾ ਤੱਕ ਇਹ ਸੰਦੇਸ਼ ਪਹੁੰਚਾਉਣਾ ਪਵੇਗਾ ਕਿ ਕੇਵਲ ਤੇ ਕੇਵਲ ਇਸ ਕਾਨੂੰਨ ਦੇ ਨਾਲ ਕਿਸਾਨ ਹੀ ਬਰਬਾਦ ਨਹੀਂ ਹੋਵੇਗਾ। ਮੈਂ ਤਾਂ ਸਗੋਂ ਇਹ ਵੀ ਕਹਾਂਗਾ ਕਿ ਹੋ ਸਕਦਾ ਹੈ ਕਿ ਕਿਸਾਨ ਤਾਂ ਅਜੇ ਮਰਦਾ ਫਿਰ ਵੀ 10 ਸਾਲ ਕੱਢ ਜਾਵੇ, ਪਰ ਕਿਸਾਨੀ ਦੇ ਉੱਪਰ ਨਿਰਭਰ ਜਿਹੜੇ ਹੋਰ ਲੋਕ ਨੇ, ਜਿਨ੍ਹਾਂ ਦੇ ਵਿੱਚ ਖੇਤੀਬਾੜੀ ਮਜ਼ਦੂਰ ਵੀਰ ਆ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਪੱਲੇਦਾਰ ਆ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਛੋਟਾ ਵਪਾਰੀ ਵਰਗ ਆ ਜਾਂਦਾ ਹੈ, ਛੋਟਾ ਆੜਤੀਆ ਵਰਗ ਆ ਜਾਂਦਾ ਹੈ। ਇਹਦੇ ਤੋਂ ਇਲਾਵਾ ਸ਼ਹਿਰਾਂ ਦੇ ਵਿੱਚ ਜਿਹੜੇ ਛੋਟੇ ਕੱਪੜੇ ਦੇ ਵਪਾਰੀ ਨੇ, ਜਿਹੜੇ ਛੋਟੇ ਕਰਿਆਨੇ ਦੇ ਜਿਹੜੇ ਵਪਾਰੀ ਨੇ, ਉਹ ਮੇਰੇ ਖਿਆਲ ਦੇ ਨਾਲ ਕਿਸਾਨੀ ਤੋਂ ਪਹਿਲਾਂ ਇਸ ਕਾਲੇ ਕਾਨੂੰਨ ਦੀ ਜਦ ਦੇ ਵਿੱਚ ਆ ਜਾਣਗੇ। ਸੋ ਅੱਜ ਜਿਸ ਤੀਸਰੀ ਮੱਦ ਦੀ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਹਾਂ ਇਸ ਕਾਨੂੰਨ ਦੀ, ਉਹ ਬਹੁਤ ਹੀ ਅਹਿਮ ਹੈ, ਕਿਉਂਕਿ ਉਹ ਇੱਕ ਕਹਿ ਸਕਦੇ ਹੋ ਕਿ ਇਵੇਂ ਦਾ ਇੱਕ ਕਾਲਾ ਗੋਲਾ ਹੈ ਜਿਹਦੇ ਵਿੱਚੋਂ ਸਾਰੀ ਇਸ ਢਾਂਚੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਦਰਅਸਲ ਉਸ ਬਲੈਕ ਹੋਲ ਦੇ ਵਿੱਚ ਕੋਈ ਕੁਝ ਹੈ ਉਹ ਜਿਹੜਾ ਪੈਂਦਾ ਜਾਵੇਗਾ, ਜਿਹਦੀ ਸਾਨੂੰ ਬਹੁਤ ਸਹਿਜੇ ਤਰੀਕੇ ਦੇ ਨਾਲ ਸੋਝੀ ਨਹੀਂ ਆਵੇਗੀ, ਪਰ ਜਦੋਂ ਤੱਕ ਸੋਝੀ ਆਵੇਗੀ ਉਦੋਂ ਤੱਕ ਸਾਡਾ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਹੋ ਚੁੱਕਾ ਹੋਵੇਗਾ। ਔਰ ਹੋਇਆ ਹੀ ਨਹੀਂ, ਪੰਜਾਬ ਦੇ ਵਿੱਚ ਤਾਂ ਨੁਕਸਾਨ ਹੋਣ ਦੀਆਂ ਤਿਆਰੀਆਂ ਨੇ, ਬਹੁਤ ਸਾਰੇ ਸਟੇਟਾਂ ਦੇ ਵਿੱਚ, ਇੱਥੋਂ ਤੱਕ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਸ ਕੰਟਰੈਕਟ ਫਾਰਮਿੰਗ ਦੇ ਨਾਲ ਇੰਨਾ ਵੱਡਾ ਨੁਕਸਾਨ ਹੋਇਆ ਹੈ ਕਿ ਜਿਹੜੇ ਛੋਟੇ ਕਿਸਾਨ ਸੀ ਉਹਨਾਂ ਦੀ ਹੋਂਦ ਜਿਹੜੀ ਹੈ ਉਹ ਖਤਮ ਹੋ ਗਈ। ਇਸ ਸਾਰੇ ਵਰਤਾਰੇ ਨੂੰ ਸਮਝਣ ਤੋਂ ਪਹਿਲਾਂ ਕੀ ਹੋਵੇਗਾ, ਮੈਂ ਤੁਹਾਨੂੰ ਥੋੜਾ ਜਿਹਾ ਪਿਛੋਕੜ ਵੱਲ ਲੈ ਕੇ ਜਾਣਾ ਚਾਹੁੰਦਾ ਹਾਂ। ਸ਼ਾਇਦ ਤੁਹਾਨੂੰ ਯਾਦ ਹੋਵੇ ਜਾਂ ਇੰਟਰਨੈਟ ਦੇ ਉੱਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਉਹ ਤਕਰੀਰ ਆਡੀਓ ਜਾਂ ਵੀਡੀਓ ਦੇ ਰੂਪ ਦੇ ਵਿੱਚ ਜ਼ਰੂਰ ਮੌਜੂਦ ਹੋਵੇਗੀ, ਜਦੋਂ ਉਹਨਾਂ ਨੇ 1 ਮਾਰਚ 1983 ਨੂੰ ਮੰਜੀ ਹਾਲ ਦੀਵਾਨ ਦੇ ਵਿੱਚ ਸੰਗਤਾਂ ਨੂੰ ਸੰਬੋਧਿਤ ਹੁੰਦਿਆਂ ਇੱਕ ਗੱਲ ਕੀਤੀ ਸੀ ਕਿ ਜਿੰਨੇ ਵੀ ਬੁਲਾਰੇ ਬੋਲੇ ਨੇ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਹੈ, ਤੇ ਲੀਡਰ ਜਾਂ ਸਾਧ ਜਾਂ ਸੰਤ ਇਹ ਸਾਰੇ ਸੰਗਤ ਤੋਂ ਨੀਵੇਂ ਨੇ। ਕੱਲ ਨੂੰ ਜੇ ਕੋਈ ਆਗੂ ਜਾਂ ਕੋਈ ਲੀਡਰ ਆਨੰਦਪੁਰ ਸਾਹਿਬ ਦੇ ਮੰਗਾਂ ਤੋਂ ਭੱਜਦਾ ਹੈ ਜਾਂ ਆਨੰਦਪੁਰ ਸਾਹਿਬ ਦੇ ਮਤੇ ਤੋਂ ਭੱਜਦਾ ਹੈ ਤੇ ਉਹ ਸੰਗਤ ਦਾ ਦੇਣਦਾਰ ਹੋਵੇਗਾ, ਤੇ ਸੰਗਤ ਦੇ ਕੋਲ ਇਹ ਅਧਿਕਾਰ ਹੋਵੇਗਾ ਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਉਸ ਨੂੰ ਪੁੱਛਿਆ ਜਾ ਸਕਦਾ ਹੈ ਕਿ ਤੁਸੀਂ ਕਿਸ ਆਧਾਰ ਦੇ ਉੱਪਰ ਸਰਕਾਰ ਦੇ ਨਾਲ ਸਮਝੌਤਾ ਕੀਤਾ ਹੈ। ਹੁਣ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਦੋਂ ਇੱਥੇ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਆ ਤਾਂ ਮੈਂ ਸੋਚਦਾ ਹਾਂ ਕਿ ਜੇਕਰ ਅੱਜ ਦੀ ਲੀਡਰਸ਼ਿਪ ਉਸ ਮਤੇ ਤੋਂ ਭਗੌੜੀ ਹੋ ਚੁੱਕੀ ਹੈ ਤਾਂ ਕਿਤੇ ਨਾ ਕਿਤੇ ਇਹ ਮੋਰਚਾ ਜਿਹੜਾ ਸੀ ਉਹ ਸੰਗਤ ਦੇ ਹੱਥ ਦੇ ਵਿੱਚ ਹੈ, ਤੇ ਸੰਗਤਾਂ ਜਿਹੜੀਆਂ ਨੇ ਉਹ ਇਹਨਾਂ ਆਗੂਆਂ ਨੂੰ ਸਵਾਲ ਵੀ ਕਰ ਸਕਦੀਆਂ ਨੇ। ਤੇ ਜੇਕਰ ਇੰਨੇ ਲੰਬੇਰੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੇ ਪੰਜਾਬ ਦੇ ਆਗੂ ਹੋਣ ਦੀ ਭੂਮਿਕਾ ਨਹੀਂ ਨਿਭਾਈ ਤਾਂ ਇਸ ਸੰਘਰਸ਼ ਦੇ ਵਿੱਚੋਂ ਸਾਨੂੰ ਨਵੇਂ ਆਗੂ ਜਿਹੜੇ ਨੇ ਉਹ ਚੁਣਨੇ ਪੈਣਗੇ। ਰਵਾਇਤੀ ਅਕਾਲੀ ਲੀਡਰਸ਼ਿਪ ਜਿਹੜੀ ਹੈ ਉਹ ਸਾਰੀ ਇਸ ਨੂੰ ਸੁਲਝਾਉਣ ਦੇ ਵਿੱਚ ਜਾਂ ਪੰਜਾਬ ਦੀਆਂ ਮੰਗਾਂ ਨੂੰ ਕੇਂਦਰ ਦੇ ਕੋਲ ਪੇਸ਼ ਕਰਨ ਦੇ ਵਿੱਚ ਜਾਂ ਉਹਨਾਂ ਦੇ ਹੱਲ ਦੇ ਵਾਸਤੇ ਬਿਲਕੁਲ ਵੀ ਕਹਿ ਸਕਦੇ ਹੋ ਕਿ ਕਾਰਗਰ ਸਾਬਤ ਨਹੀਂ ਹੋਈ, ਬਿਲਕੁਲ ਨਿਕੰਮੀ ਸਾਬਤ ਹੋਈ ਹੈ। ਹੁਣ ਅਸੀਂ ਅੱਗੇ ਆ ਜਾਈਏ ਕਿ ਅਕਤੂਬਰ 1973 ਜਦੋਂ ਅਸੀਂ ਦੇਸ਼ ਆਜ਼ਾਦ ਹੋਏ ਨੂੰ ਅਜੇ ਕੇਵਲ 26 ਸਾਲ ਹੋਏ ਸੀ, 1973 ਦੀ ਗੱਲ ਹੈ, 1947 ਦੇ ਵਿੱਚ ਦੇਸ਼ ਆਜ਼ਾਦ ਹੁੰਦਾ ਹੈ, ਤੇ ਜਿਹੜਾ ਅਕਾਲੀ ਦਲ ਨੇ ਆਪਣਾ ਪਾਲਿਸੀ ਪ੍ਰੋਗਰਾਮ ਆਨੰਦਪੁਰ ਸਾਹਿਬ ਤੋਂ ਅਨਾਉਂਸ ਕੀਤਾ ਸੀ, ਜਿਸ ਦੇ ਕਹਿ ਸਕਦੇ ਹੋ ਕਿ ਘਾੜਨਹਾਰਿਆਂ ਦੇ ਵਿੱਚ ਸਿੱਖ ਕੌਮ ਦੇ ਇੱਕ ਰੌਸ਼ਨ ਦਿਮਾਗ, ਲੀਡਰ, ਆਗੂ ਤੇ ਲੇਖਕ ਸਰਦਾਰ ਕਪੂਰ ਸਿੰਘ IAS ਸਨ। ਸੋ ਉਹਨਾਂ ਨੇ ਜਿਸ ਇਸ ਅਕਾਲੀ ਦਲ ਦੇ ਪਾਲਿਸੀ ਪ੍ਰੋਗਰਾਮ ਨੂੰ ਤਿਆਰ ਕੀਤਾ ਸੀ, ਆਨੰਦਪੁਰ ਸਾਹਿਬ ਇਸ ਦਾ ਜਿਹੜਾ ਸੀ ਐਲਾਨ ਕੀਤਾ ਗਿਆ, ਜਿਸ ਕਰਕੇ ਸਾਡੀ ਮਾਨਸਿਕਤਾ ਦੇ ਵਿੱਚ ਇਹਦਾ ਨਾਮਕਰਨ ਜਿਹੜਾ ਸੀ ਉਹ ਆਨੰਦਪੁਰ ਸਾਹਿਬ ਦਾ ਮਤਾ ਹੋ ਗਿਆ।
ਤੇ ਇਹ ਆਨੰਦਪੁਰ ਸਾਹਿਬ ਦੇ ਮਤੇ ਨੂੰ ਮੇਰੇ ਵੀਰੋ ਪੜ੍ਹਨ ਦੀ ਕੋਸ਼ਿਸ਼ ਕਰੋ। ਤੇ ਮੈਂ ਨਾਲ ਹੀ ਇਹ ਬੇਨਤੀ ਕਰਾਂ ਕਿ ਜੇਕਰ ਰਵਾਇਤੀ ਅਕਾਲੀ ਲੀਡਰਸ਼ਿਪ ਅੱਜ ਇਸ ਮਤੇ ਦੀਆਂ ਮੰਗਾਂ ਤੋਂ ਪਿੱਛੇ ਹਟ ਚੁੱਕੀ ਹੈ ਤਾਂ ਜਿਹੜੇ ਨੌਜਵਾਨ ਵੀਰ ਅੱਜ ਸੜਕਾਂ ਦੇ ਉੱਪਰ ਸੰਘਰਸ਼ ਦੇ ਵਾਸਤੇ ਉਤਰੇ ਨੇ, ਉਹਨਾਂ ਨੂੰ ਆਨੰਦਪੁਰ ਸਾਹਿਬ ਦਾ ਮਤਾ ਪੜ੍ਹ ਕੇ ਇਹਨਾਂ ਮੱਦਾਂ ਦੇ ਉੱਪਰ ਅਮਲ ਕਰਕੇ ਆਪ ਆਗੂ ਦੀ ਭੂਮਿਕਾ ਨਿਭਾਉਣੀ ਪਵੇਗੀ। ਉਹਨਾਂ ਨੂੰ ਸਮਝਣਾ ਪਵੇਗਾ ਕਿ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਕਿਵੇਂ ਹੈ, ਮਜ਼ਦੂਰ ਦੇ ਹਿੱਤਾਂ ਦੀ ਗੱਲ ਕਿਵੇਂ ਹੈ, ਛੋਟੇ ਵਪਾਰੀ ਵਰਗ ਦੇ ਹਿੱਤਾਂ ਦੀ ਗੱਲ ਕਿਵੇਂ ਹੈ। ਸੋ ਇਸ ਨੂੰ ਕੇਵਲ ਤੇ ਕੇਵਲ ਕਿਸਾਨੀ ਦਾ ਮੁੱਦਾ ਬਣਾ ਕੇ ਇੱਕ ਖਾਸ ਵਰਗ ਦੇ ਲੋਕਾਂ ਤੱਕ ਸੀਮਿਤ ਨਾ ਕਰੋ। ਇਸ ਦੇ ਨਾਲ ਤਕਰੀਬਨ ਸਾਰੇ ਹੀ ਜੁੜੇ ਹੋਏ ਨੇ। ਹੁਣ ਜਦੋਂ ਅਸੀਂ ਆਨੰਦਪੁਰ ਸਾਹਿਬ ਦੇ ਮਤੇ ਦੀ ਜਾਂ 1973 ਵਾਲੇ ਅਕਾਲੀ ਦਲ ਦੇ ਪਾਲਿਸੀ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਤੇ ਮੇਰੇ ਖਿਆਲ ਦੇ ਨਾਲ ਬਹੁਤੇ ਲੀਡਰ ਉਹ ਸੀ ਜਿਹੜੇ ਆਮ ਮੱਧ ਵਰਗੀ ਪਰਿਵਾਰਾਂ ਦੇ ਵਿੱਚੋਂ ਸਨ, ਚਾਹੇ ਉਹ ਦਲਿਤ ਬਰਾਦਰੀ ਦੇ ਵਿੱਚੋਂ ਸਨ, ਕਿਉਂਕਿ ਸਿੱਖ ਕੌਮ ਅਖੌਤੀ ਜਾਤ ਪਾਤ ਦੇ ਇਸ ਵਿਧੀ ਵਿਧਾਨ ਨੂੰ ਨਹੀਂ ਮੰਨਦੀ, ਜਾਂ ਫਿਰ ਮੱਧ ਵਰਗੀ ਕਿਸਾਨਾਂ ਦੇ ਪੁੱਤਰ ਸਨ, ਜਾਂ ਫਿਰ ਪੰਥਕ ਸੇਵਾ ਦੇ ਵਿੱਚੋਂ ਆਏ ਹੋਏ ਲੀਡਰ ਸਨ। ਤੇ ਇਸ ਆਨੰਦਪੁਰ ਸਾਹਿਬ ਦੇ ਮਤੇ ਦੀ ਜਿਹੜੀ ਪਹਿਲੀ ਮੱਧ ਜਾਂ ਜਿਹੜੀ ਸ਼ੁਰੂਆਤ ਹੁੰਦੀ ਹੈ, ਉਹ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ ਕਿ ਦੇਸ਼ ਦੀ ਕੋਈ ਵੀ ਇਨਸਾਫ ਪਸੰਦ ਰਾਜਨੀਤਿਕ ਪਾਰਟੀ ਜੇਕਰ ਕਿਸਾਨ ਦੇ ਹਿੱਤਾਂ ਦੀ ਅਣਦੇਖੀ ਕਰਦੀ ਹੈ ਤਾਂ ਉਸ ਨੂੰ ਹਿੰਦੁਸਤਾਨ ਦੀ ਸੱਤਾ ਦੇ ਉੱਪਰ ਰਹਿਣ ਦਾ ਕੋਈ ਹੱਕ ਨਹੀਂ। ਤੇ ਅਕਾਲੀ ਦਲ ਜਿਹੜਾ ਹੈ ਉਹ ਇਸ ਗੱਲ ਲਈ ਵਚਨਬੱਧ ਹੋਵੇਗਾ ਕਿ ਪੰਜਾਬ ਦੇ ਵਿੱਚ ਜਾਂ ਹੋਰ ਕਿਤੇ ਵੀ ਜਿਹੜੇ ਕਿਸਾਨੀ ਦੇ ਹਿੱਤ ਨੇ ਉਹਨਾਂ ਦੇ ਵਾਸਤੇ ਅਲੰਬਰਦਾਰ ਬਣ ਕੇ ਉਹਨਾਂ ਦੀ ਰਾਖੀ ਦੀ ਭੂਮਿਕਾ ਜਿਹੜੀ ਨਿਭਾਈ ਜਾਵੇਗੀ। ਇੱਥੋਂ ਤੱਕ ਵੀ ਉਸ ਮਤੇ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਇਕਰਾਰ ਕੀਤਾ ਗਿਆ। ਉਸ ਇਕਰਾਰ ਦੇ ਮੁਤਾਬਕ ਸਰਕਾਰੀ ਜ਼ਮੀਨ ਵੀ ਜਿਹੜੀ ਵਾਹੀਯੋਗ ਸੀ ਉਹ ਅਨੁਸੂਚਿਤ ਜਾਤੀਆਂ ਔਰ ਅਨੁਸੂਚਿਤ ਕਬੀਲਿਆਂ ਦੇ ਵਿੱਚ ਵੰਡ ਦਿੱਤੀ ਜਾਵੇਗੀ ਤਾਂ ਕਿ ਉਹ ਵੀ ਜ਼ਰਾਇਤੀ ਖੇਤਰ ਦੇ ਵਿੱਚ ਆ ਕੇ ਆਪਣੀ ਆਰਥਿਕ ਹਾਲਤ ਨੂੰ ਸੁਧਾਰ ਸਕਣ। ਅਗਲੀ ਗੱਲ ਬੜੀ ਅਹਿਮ ਸੀ ਮੇਰੇ ਖਿਆਲ ਦੇ ਨਾਲ, ਜਿਸ ਕਰਕੇ ਅਕਾਲੀ ਦਲ ਉਸ ਤੋਂ ਭੱਜਿਆ ਹੈ, ਉਹ ਸੀਗਾ ਕਿ ਫੀ ਪਰਿਵਾਰ ਪ੍ਰਤੀ ਪਰਿਵਾਰ 30 ਏਕੜ ਜਿਹੜੇ ਸਟੈਂਡਰਡ ਏਕੜ ਨੇ ਉਹਨਾਂ ਨੂੰ ਇੱਕ ਇਕਾਈ ਮੰਨ ਕੇ ਉਹਦੇ ਤੋਂ ਜਿਹੜੀ ਵਾਧੂ ਜ਼ਮੀਨ ਹੈ ਉਹ ਉਹਨਾਂ ਲੋਕਾਂ ਨੂੰ ਦੇ ਦਿੱਤੀ ਜਾਵੇ ਜਿਹੜੇ ਗੈਰ ਜ਼ਮੀਨੀ ਲੋਕ ਖੇਤੀ ਕਰਨਾ ਚਾਹੁੰਦੇ ਨੇ ਜਾਂ ਕਾਸ਼ਤਕਾਰ ਜਾਣਦੇ ਨੇ। ਸੋ ਜਦੋਂ ਉਹਨਾਂ ਕਾਸ਼ਤਕਾਰਾਂ ਨੂੰ ਜ਼ਮੀਨ ਦਿੱਤੀ ਜਾਵੇਗੀ ਤਾਂ ਕੁਦਰਤੀ ਜਿਹੜਾ ਗਰੀਬ ਕਿਸਾਨ ਹੈ ਉਹ ਵੀ ਮੱਧ ਵਰਗੀ ਕਿਸਾਨ ਦੀ ਸ਼੍ਰੇਣੀ ਦੇ ਵਿੱਚ ਆ ਖੜਾ ਹੋਵੇਗਾ। ਸੋ ਇਹ ਤਾਂ ਸੀ ਕਿ ਕਿਸਾਨੀ ਦੇ ਰਾਹੀਂ ਜਾਂ ਜ਼ਰਾਇਤੀ ਖੇਤਰ ਦੇ ਰਾਹੀਂ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜਾ ਸ਼ਹਿਰੀ ਔਰ ਪਿੰਡੂ ਦੇ ਵਿੱਚ ਇੱਕ ਆਰਥਿਕ ਪੱਧਰ ਦੇ ਉੱਪਰ ਪਾੜਾ ਪੈਂਦਾ ਜਾ ਰਿਹਾ ਹੈ ਉਸ ਨੂੰ ਖਤਮ ਕਿਵੇਂ ਕਰਨਾ। ਇਹਦੇ ਨਾਲ ਇੱਕ ਗੱਲ ਹੋਰ ਬੜੀ ਅਹਿਮ ਸੀ, ਉਹ ਅਹਿਮ ਇਹ ਸੀ ਕਿ 26 ਸਾਲਾਂ ਦੇ ਵਿੱਚ 1947 ਤੋਂ ਲੈ ਕੇ 1973 ਤੱਕ 26 ਸਾਲਾਂ ਦੇ ਵਿੱਚ ਉਹਨਾਂ ਲੋਕਾਂ ਨੇ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਜਿਨ੍ਹਾਂ ਨੇ ਕਾਸ਼ਤਕਾਰੀ ਦੀਆਂ ਵਸਤਾਂ ਨੂੰ ਸਨਅਤਕਾਰੀ ਦੇ ਵਿੱਚ ਲੈ ਕੇ ਆਂਦਾ ਹੈ। ਮਿਸਾਲ ਦੇ ਤੌਰ ਤੇ ਕਿ ਕਪਾਹ ਉਗਾਉਣ ਵਾਲੇ ਨੇ ਉਨੀ ਤਰੱਕੀ ਨਹੀਂ ਕੀਤੀ ਜਿੰਨੀ ਤਰੱਕੀ ਕੱਪੜਾ ਬਣਾਉਣ ਵਾਲੇ ਨੇ ਕੀਤੀ ਹੈ। ਸੋ ਉਹਦੇ ਵਿੱਚ ਇਹ ਗੱਲ ਬੜੀ ਅਹਿਮ ਸੀ ਕਿ ਸਭ ਤੋਂ ਪਹਿਲਾ ਹੱਲਾ ਸਾਡਾ ਉਹਨਾਂ ਸਨਅਤਕਾਰਾਂ ਵੱਲ ਹੋਵੇਗਾ ਜਿਹੜੇ ਸਨਅਤਕਾਰ ਜਿਹੜੇ ਨੇ ਉਹ ਕਿਸਾਨੀ ਦੀ ਆਰਥਿਕ ਦਸ਼ਾ ਦੇ ਵਾਸਤੇ ਖਤਰਾ ਨੇ। ਪਰ ਅੱਜ ਅਕਾਲੀ ਦਲ ਇਹਨਾਂ ਮੰਗਾਂ ਦੇ ਉੱਪਰ ਕਾਇਮ ਨਹੀਂ। ਉਹਦਾ ਕਾਰਨ ਕੀ ਹੈ ਕਿ ਅਕਾਲੀ ਦਲ ਦੇ ਬਹੁਤੇ ਲੀਡਰ ਤਾਂ ਖੁਦ ਮੱਧ ਵਰਗੀ ਕਿਸਾਨ ਘਰਾਣਿਆਂ ਚੋਂ ਨਿਕਲ ਕੇ ਵੱਡੇ ਸਨਅਤੀ ਘਰਾਣਿਆਂ ਦੇ ਵਾਰਿਸ ਬਣ ਚੁੱਕੇ ਨੇ। ਉਹ ਤਾਂ ਖੁਦ ਇੱਕ ਕਾਰਪੋਰੇਟ ਸੈਕਸ਼ਨ ਦਾ ਹਿੱਸਾ ਨੇ। ਸੋ ਅਸੀਂ ਕਿਵੇਂ ਯਕੀਨ ਕਰ ਸਕਦੇ ਹਾਂ ਕਿ ਹੁਣ ਜਿਹੜਾ ਅੱਜ ਦਾ ਅਕਾਲੀ ਦਲ ਆ ਉਹ ਕਿਸਾਨੀ ਦੇ ਮੁੱਦਿਆਂ ਦੇ ਉੱਪਰ ਆਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਦੀ ਗੱਲ ਕਰੇਗਾ। ਉਸ ਤੋਂ ਅਗਲੀ ਗੱਲ ਹੋਰ ਵੀ ਬੜੀ ਅਹਿਮ ਸੀ ਕਿ ਜਿਹੜੀ ਜ਼ਰਾਇਤੀ ਖੇਤਰ ਦੀ ਉਪਜ ਹੈ ਉਸ ਦਾ ਜਿਹੜਾ ਮੁੱਲ ਹੈ ਉਹ ਰਾਜ ਸਰਕਾਰ ਤੈਅ ਕਰੇਗੀ। ਤੇ ਬੇਸ਼ੱਕ ਸਾਰੇ ਹਿੰਦੁਸਤਾਨ ਦੇ ਵਿੱਚ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਸਾਰੇ ਨੂੰ ਇੱਕ ਫੂਡ ਐਂਡ ਗ੍ਰੇਨ ਜ਼ੋਨ ਬਣਾ ਕੇ ਸਾਰਿਆਂ ਨੂੰ ਸਾਰੇ ਥਾਵਾਂ ਦੇ ਉੱਪਰ ਆਪਣੀ ਜਿੰਸ ਦਾ ਆਯਾਤ ਤੇ ਨਿਰਯਾਤ ਇਹਨਾਂ ਦੋਵਾਂ ਨੂੰ ਕਰਨ ਦੀ ਜਿਹੜੀ ਹੈ ਉਹ ਖੁੱਲ੍ਹ ਦਿੱਤੀ ਜਾਵੇਗੀ। ਪਰ ਕਿਸੇ ਵੀ ਜਿੰਸ ਦਾ ਜਿਹੜਾ ਮੁੱਲ ਹੈ ਉਹ ਲਾਗਤ ਕੀਮਤ ਦੇ ਉੱਪਰ ਕਿਸਾਨ ਦੇ ਬਾਕੀ ਖਰਚਿਆਂ ਨੂੰ ਪਾ ਕੇ ਉਹ ਸਾਰਾ ਸਟੇਟ ਗਵਰਨਮੈਂਟ ਦੇ ਵੱਲੋਂ ਪਹਿਲਾਂ ਤੈਅ ਕੀਤਾ ਜਾਵੇਗਾ ਤੇ ਜਿੰਨੀ ਵੀ ਖਰੀਦ ਹੋਵੇਗੀ ਉਹ ਸਰਕਾਰੀ ਤੇ ਸਟੇਟ ਏਜੰਸੀਆਂ ਦੇ ਵੱਲੋਂ ਹੋਵੇਗੀ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਕਿਸਾਨ ਦੇ ਨਾਲ ਕੋਈ ਧੋਖਾਧੜੀ ਨਾ ਹੋ ਸਕੇ। ਉਸ ਤੋਂ ਬਾਅਦ ਅਗਲੀ ਗੱਲ ਸੀ ਕਿ ਜਿਹੜੇ ਛੋਟੇ ਕਿਸਾਨ ਨੇ
ਉਹਨਾਂ ਦੀਆਂ ਸਹਿਕਾਰੀ ਸਭਾਵਾਂ ਬਣਾ ਕੇ ਉਹਨਾਂ ਦਾ ਜਿਹੜਾ ਰੋਜ਼ਗਾਰ ਹੈ, ਖੇਤੀ ਹੈ ਜਾਂ ਜਿਹੜਾ ਜ਼ਰਾਇਤੀ ਖੇਤਰ ਹੈ, ਉਹ ਇਸ ਤਰ੍ਹਾਂ ਦੇ ਨਾਲ ਇੱਕ ਕਲਸਟਰ ਬਣਾ ਦਿੱਤਾ ਜਾਵੇ ਕਿ ਛੋਟੇ ਕਿਸਾਨ ਮਿਲ ਕੇ ਆਪਣੀ ਉਪਜ ਦਾ ਜਿਹੜਾ ਚੰਗਾ ਮੁੱਲ ਹੈ ਉਹ ਮੰਡੀ ਦੇ ਵਿੱਚ ਲੈ ਸਕਣ। ਸੋ ਮੰਗਾਂ ਤਾਂ ਇਹ ਸੀ। ਇਸ ਤੋਂ ਇਲਾਵਾ ਇੱਕ ਮੰਗ ਹੋਰ ਵੀ ਸੀ ਕਿ ਕਿਸਾਨ ਨੂੰ ਬਿਜਲੀ, ਬੇਸ਼ੱਕ ਵੋਟਾਂ ਲੈਣ ਦੇ ਵਾਸਤੇ ਮੁਫਤ ਬਿਜਲੀ ਦਿੱਤੀ ਜਾਂਦੀ ਹੈ, ਪਰ ਮੁਫਤ ਬਿਜਲੀ ਦੇ ਕੇ ਜੇਕਰ ਕਿਸਾਨ ਦੀ ਫਸਲ ਰੁਲਣੀ ਹੈ ਤਾਂ ਉਹਦਾ ਕੋਈ ਫਾਇਦਾ ਨਹੀਂ। ਆਨੰਦਪੁਰ ਸਾਹਿਬ ਦੇ ਮਤੇ 'ਚ ਲਿਖਿਆ ਸੀ ਕਿ ਬਿਜਲੀ ਜਿਹੜੀ ਹੈ ਉਹ ਕਿਸਾਨੀ ਵਾਸਤੇ ਸਸਤੀਆਂ ਦਰਾਂ ਦੇ ਉੱਪਰ ਦਿੱਤੀ ਜਾਵੇਗੀ ਤਾਂ ਜੋ ਕਿਸਾਨੀ ਦੀ ਉਪਜ ਜਿਹੜੀ ਹੈ ਉਹਨੂੰ ਚੰਗੀਆਂ ਦਰਾਂ ਦੇ ਉੱਪਰ ਚੁੱਕਿਆ ਜਾ ਸਕੇ, ਉਹਦੀ ਫਸਲ ਦਾ ਮਿਆਰ ਚੰਗਾ ਹੋਵੇ, ਉਹਦੀ ਉਪਜ ਦੀ ਜਿਹੜੀ ਹੈ ਕੁਆਲਿਟੀ ਤੇ ਕੁਆਂਟੀਟੀ ਦੋਵੇਂ ਵਧੀਆ ਬਣ ਸਕਣ। ਤੇ ਨਾਲ ਇਹ ਵੀ ਗੱਲ ਕਹੀ ਗਈ ਕਿ ਨਹਿਰੀ ਪਾਣੀ ਦਾ ਵਿਸ਼ੇਸ਼ ਤੌਰ ਤੇ ਕਿਸਾਨਾਂ ਦੇ ਵਾਸਤੇ ਪ੍ਰਬੰਧ ਕੀਤਾ ਜਾਵੇਗਾ। ਹੁਣ ਤੁਸੀਂ ਦੱਸ ਦਿਓ ਕਿ ਨਾ ਤਾਂ ਜਿਹੜੀਆਂ ਵਾਹੀਯੋਗ ਸਰਕਾਰੀ ਤੇ ਗੈਰ ਸਰਕਾਰੀ ਜ਼ਮੀਨਾਂ ਸੀ ਜਿਨ੍ਹਾਂ ਦੇ ਉੱਪਰ ਖੇਤੀ ਕੀਤੀ ਜਾ ਸਕਦੀ ਸੀ, ਉਹ ਮਜ਼ਾਰਿਆਂ ਨੂੰ, ਅਨੁਸੂਚਿਤ ਜਾਤੀਆਂ ਨੂੰ ਜਾਂ ਅਨੁਸੂਚਿਤ ਸ਼੍ਰੇਣੀਆਂ ਨੂੰ ਨਹੀਂ ਦਿੱਤੀ ਗਈ। ਉਸ ਤੋਂ ਇਲਾਵਾ ਜਿਹੜੀਆਂ ਸਹਿਕਾਰੀ ਸਭਾਵਾਂ ਸੀ ਉਹਨਾਂ ਦੇ ਵਿੱਚ ਕਿਸਾਨਾਂ ਦੇ ਹੱਕ ਕੀ ਹੈ, ਕੋਈ ਵੀ ਇਵੇਂ ਦਾ ਢਾਂਚਾ ਨਹੀਂ ਬਣਾਇਆ ਗਿਆ। ਉਸ ਤੋਂ ਇਲਾਵਾ ਸਨਅਤਕਾਰਾਂ ਜਿਹੜੀਆਂ ਨੇ ਜਾਂ ਸਨਅਤਕਾਰੀ ਉਦਯੋਗ ਜਿਹੜੇ ਨੇ ਉਹ ਕਿਸਾਨ ਦੇ ਉੱਪਰ ਸਿੱਧੇ ਕਾਬਜ਼ ਨਾ ਹੋਣ, ਇਹਦੇ ਵਾਸਤੇ ਸਰਕਾਰੀ ਖਰੀਦ ਦੀ ਮੰਗ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਸ਼ਾਮਲ ਸੀ। ਪਰ ਅੱਜ ਉਹ ਸਭ ਕੁਝ ਕਿੱਥੇ ਗਿਆ? ਅੱਜ ਆਨੰਦਪੁਰ ਸਾਹਿਬ ਦਾ ਮਤਾ ਕਿੱਥੇ ਗਿਆ? ਅੱਜ ਉਹ ਸਿੱਖਾਂ ਦੀਆਂ ਮੰਗਾਂ, ਅੱਜ ਉਹ ਸਿੱਖਾਂ ਦੇ ਹੱਕ, ਅੱਜ ਉਹ ਪੰਜਾਬ ਦੇ ਲੋਕਾਂ ਦੇ ਹੱਕ ਕਿੱਥੇ ਗਏ? ਜਦੋਂ ਕਿ ਇਹ ਜਿਹੜਾ ਨਵਾਂ ਕਾਨੂੰਨ ਬਣਿਆ ਹੈ ਇਹਦੇ ਵਿੱਚ ਤਾਂ ਕਿਆ ਕਿਸਾਨ ਨੂੰ ਇਹ ਗਿਆ ਹੈ ਕਿ ਤੁਸੀਂ ਸਨਅਤਕਾਰਾਂ ਦੇ ਨਾਲ ਜਾਂ ਚੰਗੇ ਵਪਾਰੀਆਂ ਦੇ ਨਾਲ ਮਿਲ ਕੇ ਚੰਗੀ ਜਗ੍ਹਾ ਦੇ ਉੱਪਰ ਚੰਗੀ ਜਿਹੜੀ ਉਪਜ ਦਾ ਚੰਗਾ ਰੇਟ ਜਿਹੜਾ ਉਹ ਲੈ ਸਕੋਗੇ। ਪਰ ਇਹ ਜਿਹੜੀ ਇਕਰਾਰਨਾਮੇ ਦੀ ਖੇਤਰੀ ਹੈ ਇਹਦੇ ਵਿੱਚ ਕੀ ਸਰਕਾਰ ਨੇ ਕੋਈ ਐਸਾ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਹੈ ਉਹ ਬਤੌਰ ਕਾਨੂੰਨ ਸ਼ਾਮਲ ਕੀਤਾ ਹੈ ਕਿ ਕਿਸੇ ਵੀ ਪ੍ਰਾਈਵੇਟ ਸਨਅਤਕਾਰ ਨੂੰ ਜਾਂ ਕਾਰਪੋਰੇਟ ਘਰਾਣੇ ਨੂੰ ਕਿਸਾਨ ਦੀ ਆਹ ਜਿਹੜੀ ਫਸਲ ਹੈ ਮਿਨੀਮਮ ਇਸ ਰੇਟ ਦੇ ਉੱਪਰ ਚੁੱਕਣੀ ਪਵੇਗੀ, ਬਾਕੀ ਉਹਦੀ ਫਸਲ ਦੇ ਉੱਪਰ ਮਨਸਰ ਹੈ ਕਿ ਜੇਕਰ ਉਹਦੀ ਕੁਆਲਿਟੀ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਬਹੁਤ ਵਧੀਆ ਹੈ ਤਾਂ ਉਸ ਨੂੰ ਵਧੀਆ ਰੇਟ ਦੇ ਉੱਪਰ ਵੀ ਵੇਚਿਆ ਜਾ ਸਕਦਾ ਹੈ। ਕਿਉਂਕਿ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈ ਇਹ ਸਕੀਮ ਸੀ ਤੇ ਮੇਰੇ ਖਿਆਲ ਨਾਲ ਮੰਗ ਤਾਂ ਇਹ ਹੋਣੀ ਚਾਹੀਦੀ ਹੈ ਕਿ ਇਹ ਕਾਨੂੰਨ ਬਣਨਾ ਚਾਹੀਦਾ ਹੈ ਕਿ ਕਿਸਾਨ ਦੀ ਜਿਹੜੀ ਫਸਲ ਦੀ ਲਾਗਤ, ਮਾਤਰ, ਕੀਮਤ ਤੇ ਉਹਨੂੰ ਹੋਰ ਖਰਚਿਆਂ ਨੂੰ ਸਾਰਿਆਂ ਨੂੰ ਸ਼ਾਮਲ ਕਰਕੇ ਉਸ ਦਾ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਤੈਅ ਕੀਤਾ ਜਾਵੇ। ਪਰ ਇੰਜ ਨਹੀਂ ਕੀਤਾ ਜਾ ਰਿਹਾ। ਮੰਗ ਤਾਂ ਇਹ ਸੀ ਕਿ ਸਾਰੀ ਜਿਹੜੀ ਫਸਲ ਹੈ, ਇਹ ਆਨੰਦਪੁਰ ਸਾਹਿਬ ਦੇ ਮਤੇ ਦੀ ਮੈਂ ਗੱਲ ਤੁਹਾਡੇ ਨਾਲ ਕਰਨ ਲੱਗਾ, ਉਹਦੇ ਵਿੱਚ ਸੀ ਕਿ ਹਰ ਫਸਲ ਦੀ ਕੀਮਤ ਜਿਹੜੀ ਹੈ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਹੈ ਉਹ ਕਿਸਾਨ ਦੀ ਬਜਾਈ ਤੋਂ ਪਹਿਲਾਂ ਤੈਅ ਹੋਵੇ ਤੇ ਕਿਸਾਨ ਨੂੰ ਇਹ ਪਤਾ ਹੋਵੇ ਕਿ ਮੈਂ ਕਿਹੜੀ ਫਸਲ ਕਿਸ ਮਿਕਦਾਰ ਦੇ ਵਿੱਚ ਬੀਜਣੀ ਹੈ ਤੇ ਕਿਹੜੀ ਫਸਲ ਬੀਜਣ ਦਾ ਮੈਨੂੰ ਜ਼ਿਆਦਾ ਲਾਭ ਹੋਵੇਗਾ ਤੇ ਉਹ ਉਹਦੇ ਅਨੁਸਾਰ ਆਪਣੀ ਕਾਸ਼ਤਕਾਰੀ ਜਿਹੜੀ ਉਹ ਕਰ ਸਕੇ। ਪਰ ਹੁਣ ਜਿਹੜੀ ਗੱਲ ਕਿਸਾਨਾਂ ਨੂੰ ਕਹੀ ਜਾ ਰਹੀ ਹੈ ਕਿ ਤੁਸੀਂ ਵਪਾਰਕ ਘਰਾਣਿਆਂ ਦੇ ਨਾਲ ਜਾਂ ਵਪਾਰੀ ਸੰਤਾਂ ਦੇ ਨਾਲ ਮਿਲ ਕੇ ਆਪਣੀ ਰਸਦ ਚੰਗੀ ਕੀਮਤ ਦੇ ਉੱਪਰ ਵੇਚ ਸਕੋਗੇ, ਇਸ ਦਾ ਵਿਜ਼ਾਨਾ ਤਾਂ ਬਹੁਤ ਸਾਰੇ ਦੇਸ਼, ਇੱਥੋਂ ਤੱਕ ਕਿ ਹਿੰਦੁਸਤਾਨ ਦੇ ਕਈ ਸੂਬਿਆਂ ਦੇ ਲੋਕ ਜਿਹੜੇ ਨੇ ਉਹ ਵੀ ਭੁਗਤ ਚੁੱਕੇ ਨੇ। ਜਦੋਂ ਵੀ ਕੋਈ ਸਨਅਤਕਾਰੀ ਜਾਂ ਕਾਰਪੋਰੇਟ ਪਰਿਵਾਰ ਜਿਹੜਾ ਹੈ, ਕਾਰਪੋਰੇਟ ਘਰਾਣਾ ਹੈ, ਜਦੋਂ ਉਹ ਕਿਸਾਨ ਦੇ ਨਾਲ ਇਕਰਾਰਨਾਮਾ ਕਰੇਗਾ ਤੇ ਸਿੱਧੀ ਜੀ ਗੱਲ ਹੈ ਕਿ ਉਹ ਬਹੁਤ ਜ਼ਿਆਦਾ ਕਹਿ ਸਕਦੇ ਹੋ ਕਿ ਮਿਕਦਾਰ ਦੇ ਵਿੱਚ ਜਿਹੜੀ ਜ਼ਰਾਇਤੀ ਖੇਤਰ ਹੋਵੇਗਾ ਉਹਦੇ ਵੱਧ ਤੋਂ ਵੱਧ ਖੇਤਰ ਦਾ ਜਿਹੜਾ ਉਹ ਕਿਸਾਨਾਂ ਦੇ ਨਾਲ ਇਕਰਾਰਨਾਮਾ ਕਰੇਗਾ। ਇਹਦੇ ਨਾਲ ਕੀ ਹੋਵੇਗਾ ਕਿ ਗੈਰ ਜ਼ਮੀਨੇ ਉਹ ਕਿਸਾਨ ਜਿਹੜੇ ਕਾਸ਼ਤਕਾਰੀ ਕਰਦੇ ਨੇ, ਠੇਕੇ ਦੇ ਉੱਪਰ ਜ਼ਮੀਨ ਲੈ ਕੇ ਕਰਦੇ ਨੇ, ਉਹਨਾਂ ਦਾ ਭਵਿੱਖ ਬਿਲਕੁਲ ਖਤਮ ਹੋ ਜਾਵੇਗਾ। ਜਿਹੜੇ 3 ਏਕੜ 4 ਏਕੜ 5 ਏਕੜ ਠੇਕੇ ਦੇ ਉੱਪਰ ਜ਼ਮੀਨ ਲੈ ਕੇ ਕਾਸ਼ਤਕਾਰੀ ਕਰਦੇ ਨੇ, ਜਦੋਂ ਉਹ 4-5 ਏਕੜ ਦੇ ਮਾਲਕਾਂ ਨੂੰ ਇਹ ਜਿਹੜੇ ਸਨਅਤਕਾਰ ਨੇ ਉਹ ਵੱਡੇ ਲਾਲਚ ਵਿਖਾਉਣਗੇ ਤਾਂ ਕੁਦਰਤੀ ਹੈ ਕਿ ਜਿਹੜਾ ਗੈਰ ਖੇਤੀਬਾੜੀ ਜ਼ਮੀਨ ਤੋਂ ਕਾਸ਼ਤਕਾਰ ਹੈ ਉਹਦਾ ਉਜਾੜਾ ਬਿਲਕੁਲ ਤੈਅ ਹੈ। ਉਸ ਤੋਂ ਬਾਅਦ ਮੈਂ ਹੈਰਾਨ ਹਾਂ ਕਿ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜਾ ਪੰਜਾਬ ਦਾ ਛੋਟਾ ਤੇ ਮੱਧ ਵਰਗੀ ਦੁਕਾਨਦਾਰ ਹੈ ਉਹ ਕਿਸਾਨਾਂ ਦੇ ਨਾਲ ਇਹਨਾਂ ਮੰਗਾਂ ਦੇ ਵਿੱਚ ਕਿਉਂ ਨਹੀਂ ਸ਼ਾਮਲ ਹੋ ਰਿਹਾ? ਕਿਉਂਕਿ ਜਦੋਂ ਵੀ ਇਸ ਕਾਰਪੋਰੇਟ ਸੈਕਸ਼ਨ ਦੇ ਵਿੱਚ ਇਕਰਾਰਨਾਮੇ ਦੀ ਖੇਤੀ ਦੀ ਗੱਲ ਆਵੇਗੀ ਤਾਂ ਉਹਦੇ ਵਿੱਚ ਕੁਆਂਟੀਟੀ ਦੇ ਨਾਲੋਂ ਕੁਆਲਿਟੀ ਨੂੰ ਪਹਿਲ ਦਿੱਤੀ ਜਾਵੇਗੀ। ਜਿਹੜਾ ਤੁਹਾਡੇ ਨਾਲ ਕੋਈ ਵੀ ਸਨਅਤਕਾਰ ਖੇਤੀ ਦੀ ਉਪਜ ਦਾ ਸੌਦਾ ਤੈਅ ਕਰੇਗਾ ਉਹ ਨਾਲ ਕੁਆਲਿਟੀ ਵੀ ਤੈਅ ਕਰੇਗਾ ਕਿ ਜੇਕਰ ਇਸ ਕੁਆਲਿਟੀ ਦਾ ਫੂਡ ਗ੍ਰੇਨ ਹੋਇਆ, ਅਨਾਜ ਦਾ ਦਾਣਾ ਹੋਇਆ ਤਾਂ ਮੈਂ ਇਸ ਭਾਅ ਦੇ ਉੱਪਰ ਖਰੀਦਾਂਗਾ, ਪਰ ਉਹਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਵੀ ਕਾਬੂ ਨਹੀਂ ਹੈ। ਤੁਸੀਂ ਹੁਣ ਵੀ ਤੁਸੀਂ ਝੋਨੇ ਦੀ ਫਸਲ ਮੰਡੀ ਦੇ ਵਿੱਚ ਲੈ ਕੇ ਜਾਣੀ ਹੈ,
ਕੁਝ ਪ੍ਰਤੀਸ਼ਤ ਨਮੀ ਹੋਣੀ ਹੈ, ਤੇ ਜਿਹੜੇ ਆੜਤੀ ਵੱਡੇ ਜਿਨ੍ਹਾਂ ਨੇ ਬੋਲੀ ਲਾਉਣੀ ਹੁੰਦੀ ਹੈ ਮੰਡੀਕਰਨ ਵਿਭਾਗ ਦੇ ਨਾਲ ਮਿਲ ਕੇ, ਉਹ ਕਹਿ ਦਿੰਦੇ ਨੇ ਜੀ ਅਸੀਂ ਝੋਨੇ ਦੀ ਆਹ ਢੇਰੀ ਨਹੀਂ ਖਰੀਦ ਸਕਦੇ ਕਿਉਂਕਿ ਇਹਦੇ ਵਿੱਚ ਜਿਹੜੀ ਨਮੀ ਹੈ ਉਹ ਮਿਆਦ ਦੀ ਜਿਹੜੀ ਮਾਤਰਾ ਹੈ ਉਹ ਜ਼ਿਆਦਾ ਹੈ, ਉਹ ਅਨੁਪਾਤ ਜ਼ਿਆਦਾ ਹੈ ਜਿੰਨੇ ਦੀ ਅਸੀਂ ਉਹਨਾਂ ਨੇ ਕਹਿ ਸਕਦੇ ਕਿ ਰਿਆਇਤ ਦਿੱਤੀ ਹੋਈ ਹੈ। ਤੇ ਕਿਸਾਨ ਫਿਰ ਕੀ ਕਰਦਾ? ਉਹ ਸੋਚਦਾ ਮੈਂ ਵਾਪਸ ਲੈ ਕੇ ਜਾਊਂਗਾ, ਹੋਰ ਵਕਤ ਦੀ ਬਰਬਾਦੀ, ਰਾਤ ਰੇਲ ਦੇ ਵਿੱਚ ਟਰਾਲੀ ਖੜੀ ਕਰੇਗੀ, ਹੋਰ ਨਮੀ। ਇਹ ਤੋਂ ਬਿਹਤਰ ਉਹਦੇ ਕੋਲ ਇੱਕੋ ਹੀ ਹੱਲ ਹੁੰਦਾ ਹੈ ਕਿ ਉਹ ਸੋਚਦਾ ਚਲੋ 2 4 10 20 ਰੁਪਏ ਕੁਇੰਟਲ ਦੇ ਘੱਟ ਲੱਗ ਜਾਣ, ਮੇਰੀ ਫਸਲ ਤਾਂ ਚੁੱਕੀ ਜਾਵੇ। ਇਹ ਸਰਕਾਰੀ ਖਰੀਦ ਦੇ ਬਾਵਜੂਦ ਇੰਜ ਹੁੰਦਾ ਹੈ। ਪਰ ਜਦੋਂ ਇਹੀ ਸਰਕਾਰੀ ਖਰੀਦ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇਗਾ ਤੇ ਸਭ ਕੁਝ ਕਾਰਪੋਰੇਟ ਘਰਾਣਿਆਂ ਦੇ ਕੋਲ ਹੋਵੇਗਾ, ਤੇ ਫਿਰ ਫਸਲ ਦੇ ਵਿੱਚ ਨੁਕਸ ਕੱਢਣੇ ਉਹਨਾਂ ਵਾਸਤੇ ਕੋਈ ਔਖੇ ਨਹੀਂ ਰਹਿ ਜਾਣਗੇ। ਉਹ ਛੋਟੇ-ਛੋਟੇ ਨੁਕਸ ਜਿਹੜੇ ਨੇ ਉਹ ਕੱਢ ਕੇ ਕਹਿ ਦੇਣਗੇ ਕਿ ਅਸੀਂ ਇਸ ਫਸਲ ਦੀ ਖਰੀਦਦਾਰੀ ਨਹੀਂ ਕਰ ਸਕਦੇ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਪੱਲੇਦਾਰ ਵਰਗ ਹੈ, ਜਿਹੜਾ ਛੋਟਾ ਖੇਤ ਮਜ਼ਦੂਰ ਹੈ, ਜਾਂ ਜਿਹੜਾ ਸ਼ਹਿਰਾਂ ਦੇ ਵਿੱਚ ਬੈਠਾ ਛੋਟਾ ਦੁਕਾਨਦਾਰ ਹੈ, ਚਾਹੇ ਥੋਕ ਦਾ ਹੈ ਜਾਂ ਪਰਚੂਨ ਦਾ ਹੈ, ਉਹਦਾ ਅੰਤ ਕਿਵੇਂ ਹੋਵੇਗਾ? ਮੈਂ ਪਹਿਲਾਂ ਵੀ ਇੱਕ ਗੱਲ ਕੀਤੀ ਸੀ ਕਿ ਹੋ ਸਕਦਾ ਹੈ ਕਿ ਕਿਸਾਨ ਮਰਦਾ 10 ਸਾਲ ਕੱਢ ਜਾਵੇ, ਪਰ ਜਿਹੜੇ ਕਿਸਾਨੀ ਕਿੱਤੇ ਦੇ ਨਾਲ ਜੁੜੇ ਹੋਏ, ਉਹਦੇ ਉੱਪਰ ਨਿਰਭਰ ਕਰਨ ਵਾਲੇ ਜਿਹੜੇ ਕਹਿ ਸਕਦਾ ਕਿ ਲੋਕ ਤੇ ਦੁਕਾਨਦਾਰ ਤੇ ਜਿਹੜਾ ਵਪਾਰੀ ਵਰਗ ਹੈ, ਉਹ ਪਹਿਲਾਂ ਖਤਮ ਹੋਵੇਗਾ। ਜਦੋਂ ਬਹੁਤ ਵੱਡੇ ਸਨਅਤਕਾਰੀ ਘਰਾਣੇ ਜਾਂ ਜਿਹੜੇ ਕਾਰਪੋਰੇਟ ਫੈਮਲੀਜ਼ ਨੇ ਜਦੋਂ ਆ ਕੇ ਹਜ਼ਾਰਾਂ ਏਕੜ ਜ਼ਮੀਨ ਦੇ ਉੱਪਰ ਕਬਜ਼ਾ ਕਰਨਗੀਆਂ, ਖਰੀਦਣਗੀਆਂ, ਉਹ ਹਰ ਕਿਸਾਨ ਨੂੰ ਆਪਣਾ ਇੱਕ ਇਲੈਕਟ੍ਰੋਨਿਕ ਕਾਰਡ ਦੇ ਦੇਣਗੀਆਂ ਕਿ ਤੂੰ ਸਾਡੀ ਹੀ ਮੌਲ ਦੇ ਵਿੱਚੋਂ, ਜਿਹੜੇ ਸ਼ਹਿਰਾਂ ਦੇ ਵਿੱਚ ਜਾਂ ਕਸਬਿਆਂ ਦੇ ਵਿੱਚ ਉਹਨਾਂ ਦੇ ਕੋਲ ਬਹੁਤ ਵੱਡੀ ਪੱਧਰ ਦੇ ਉੱਪਰ ਖੋਲੇ ਜਾਣਗੇ। ਕਿਸਾਨ ਵੀ ਖੁਸ਼ ਹੋਵੇਗਾ ਕਿ ਮੈਨੂੰ ਜ਼ਮੀਨ ਦਾ ਠੇਕਾ ਆਮ ਵਾਹਕ ਦੇ ਨਾਲੋਂ ਵੱਧ ਮਿਲਿਆ ਹੈ, ਤੇ ਨਾਲ ਮੇਰੇ ਹੱਥ ਦੇ ਵਿੱਚ ਇੱਕ ਇਲੈਕਟ੍ਰੋਨਿਕ ਕਾਰਡ ਹੈ। ਮੈਂ ਉੱਥੇ ਜਾ ਕੇ ਪੈਸਟੀਸਾਈਡ ਵੀ ਖਰੀਦ ਸਕਦਾ ਖੇਤੀ ਦੇ ਵਾਸਤੇ, ਮੈਂ ਇਨਸੈਕਟੀਸਾਈਡ ਵੀ ਖਰੀਦ ਸਕਦਾ, ਮੈਂ ਘਰ ਦੇ ਵਾਸਤੇ ਗਰੋਸਰੀ ਵੀ ਖਰੀਦ ਸਕਦਾ, ਮੈਂ ਬੱਚਿਆਂ ਦੇ ਵਾਸਤੇ ਕੱਪੜੇ ਖਰੀਦ ਸਕਦਾ, ਮੈਂ ਸਕੂਲ ਦੇ ਵਾਸਤੇ ਸਟੇਸ਼ਨਰੀ ਖਰੀਦ ਸਕਦਾ, ਤੇ ਮੈਂ ਆਪਣੀ ਜੋ ਵੀ ਲੋੜਵੰਦ ਮੇਰੀ ਪਰਿਵਾਰ ਦੇ ਵਿੱਚ ਜਿਸ ਚੀਜ਼ ਦੀ ਲੋੜ ਹੈ, ਵਹੀਕਲ ਤੱਕ, ਉਹ ਮੈਂ ਇਸ ਕਾਰਡ ਦੇ ਉੱਪਰ ਖਰੀਦ ਸਕਦਾ। ਤੇ ਹੌਲੀ ਹੌਲੀ ਆਪੇ ਹੀ ਮੇਰੀ ਜਿਣਸ ਦੀ ਉਪਜ ਦੀ ਰਕਮ ਦੇ ਵਿੱਚੋਂ ਇਹ ਕਾਰਪੋਰੇਟ ਘਰਾਣਾ ਜਿਹੜਾ ਉਸ ਨੂੰ ਐਡਜਸਟ ਕਰ ਲਵੇਗਾ। ਹੁਣ ਤੁਸੀਂ ਵੇਖੋ, ਜਦੋਂ ਕਿਸਾਨ ਦੇ ਕੋਲ ਉਸ ਮਾਲ ਦੇ ਵਿੱਚ ਜਾਣ ਦੇ ਵਾਸਤੇ ਆਪਣੀ ਫਸਲ ਵੇਚਣ ਤੇ ਉਹਨਾਂ ਦੇ ਕੋਲੋਂ ਆਪਣੇ ਘਰੇਲੂ ਵਸਤਾਂ ਖਰੀਦਣ ਦਾ ਇੱਕ ਕਾਰਡ ਹੋਵੇਗਾ, ਤੇ ਇਹ ਜਿਹੜੇ ਛੋਟੇ ਦੁਕਾਨਦਾਰ ਨੇ ਇਹ ਕਿੱਥੇ ਜਾਣਗੇ? ਸੋ ਇਹਨਾਂ ਨੂੰ ਤੇ ਚਾਹੀਦਾ ਹੈ ਕਿ ਇਸ ਸੰਘਰਸ਼ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣ, ਕਿਉਂਕਿ ਪੰਜਾਬ ਦਾ ਸਾਰਾ ਦੁਕਾਨਦਾਰ ਵਰਗ ਜਿਹੜਾ ਹੈ ਨਾ, ਉਹ ਨਹੀਂ ਹੈਗਾ ਕਿ ਜਿਹੜਾ ਬਹੁਤ ਵੱਡੇ ਮਾਲ ਜਾਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਸੁਪਰਮਾਰਕੀਟ ਨੇ ਉਹਨਾਂ ਦਾ ਮਾਲਕ ਹੈ। ਉਹ ਛੋਟੀਆਂ-ਛੋਟੀਆਂ 1-1 2-2 ਮਰਲੇ ਦੀਆਂ ਦੁਕਾਨਾਂ ਦੇ ਵਿੱਚ ਆਪਣਾ ਪਰਿਵਾਰ ਪਾਲ ਲਿਆ, ਤੇ ਇਸ ਕਾਨੂੰਨ ਦਾ ਸਭ ਤੋਂ ਪਹਿਲਾ ਅਸਰ ਉਹਨਾਂ ਲੋਕਾਂ ਦੇ ਉੱਪਰ ਹੀ ਹੋਵੇਗਾ। ਸੋ ਮੇਰੇ ਵੀਰੋ, ਅੱਜ ਮੈਂ ਫਿਰ ਇਹਨਾਂ ਵੀਰਾਂ ਨੂੰ ਖਾਸ ਕਰਕੇ, ਜਿਸ ਤਰ੍ਹਾਂ ਇਹ ਸਾਡੇ ਕੁਝ ਗਾਇਕ ਤੇ ਅਦਾਕਾਰ ਵੀਰ ਜਦੋਂ ਇਸ ਅੰਦੋਲਨ ਦੇ ਵਿੱਚ ਆਏ ਨੇ, ਤਾਂ ਇੱਕ ਮੈਨੂੰ ਆਸ ਜ਼ਰੂਰ ਪੈਦਾ ਹੋਈ ਹੈ ਕਿ ਰਾਜਨੀਤਿਕ ਪਾਰਟੀਆਂ ਦੇ ਸਿਰ ਦੇ ਉੱਪਰ ਜਾਂ ਉਹਨਾਂ ਦੇ ਦਾਰੋ ਮਦਾਰ ਦੇ ਉੱਪਰ ਜਿਹੜੇ ਗਵਈਏ ਤੁਸੀਂ ਪਾਰਲੀਮੈਂਟ ਦੇ ਵਿੱਚ ਜਾਂ ਅਸੈਂਬਲੀ ਦੇ ਵਿੱਚ ਬਤੌਰ ਵਿਧਾਇਕ ਭੇਜੇ ਸੀ, ਉਹ ਤਾਂ ਉੱਥੇ ਜਾ ਕੇ ਸੁੱਤੇ ਰਹਿੰਦੇ ਨੇ, ਪਰ ਜਿਹੜੇ ਗਾਇਕ ਵੀਰ ਜਾਂ ਜਿਹੜੇ ਅਦਾਕਾਰ ਵੀਰ ਸੜਕਾਂ ਦੇ ਉੱਪਰ ਕਿਸਾਨਾਂ ਦੇ ਨਾਲ ਮੋਢਾ ਲਾ ਕੇ ਬੈਠੇ ਨੇ, ਉਹਨਾਂ ਵੀਰਾਂ ਨੂੰ ਹੁਣ ਇਸ ਆਨੰਦਪੁਰ ਸਾਹਿਬ ਦੇ ਮਤੇ ਦੀਆਂ ਸਮੂਹ ਮੱਤਾਂ ਨੂੰ ਪੜ੍ਹ ਕੇ ਪੰਜਾਬ ਦੀਆਂ ਮੰਗਾਂ ਦੇ ਵਾਸਤੇ ਲੀਡਰਸ਼ਿਪ ਨੂੰ ਖੁਦ ਆਪਣੇ ਮੋਢਿਆਂ ਦੇ ਉੱਪਰ ਲੈਣਾ ਪਵੇਗਾ। ਕਿਉਂਕਿ ਜਿਸ ਲੀਡਰਸ਼ਿਪ ਨੇ ਜਿਸ ਮੁੱਦੇ ਨੂੰ ਆਧਾਰ ਬਣਾ ਕੇ ਇੰਨਾ ਜ਼ਿਆਦਾ ਪੰਜਾਬ ਨੂੰ ਸੰਤਾਪ ਦੇ ਮੂੰਹ ਦੇ ਵਿੱਚ ਸੁੱਟ ਦਿੱਤਾ ਤੇ ਆਪ ਜਾ ਕੇ ਦਿੱਲੀ ਸਰਕਾਰ ਦੇ ਨਾਲ ਸਮਝੌਤੇ ਕਰ ਲਏ, ਅੱਜ ਉਸ ਲੀਡਰਸ਼ਿਪ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ। ਕਿਸਾਨ ਵੀਰਾਂ ਨੂੰ, ਅੱਗੋਂ ਕਿਸਾਨਾਂ ਦੇ ਬੱਚਿਆਂ ਨੂੰ, ਮੈਂ ਬੱਚਿਆਂ ਨੂੰ ਇਸ ਕਰਕੇ ਕਹਿ ਰਿਹਾ ਕਿ ਕਿਸਾਨ ਯੂਨੀਅਨਾਂ ਦੇ ਜਿੰਨੇ ਵੀ ਲੀਡਰ ਸੀ, ਉਹ ਵੀ ਆ ਜਾ ਕੇ ਜਦੋਂ ਕਿਸਾਨੀ ਮੁੱਦਿਆਂ ਦੀ ਗੱਲ ਸੜਕ ਦੇ ਉੱਪਰ ਆਉਂਦੀ ਸੀ, ਉਦੋਂ ਮਾਈਕ ਫੜ ਕੇ ਲੈਕਚਰ ਕਰਦੇ ਨੇ, ਪਰ ਜਦੋਂ ਉਹਨਾਂ ਦੀਆਂ ਹਮ ਖਿਆਲ ਰਾਜਨੀਤਿਕ ਪਾਰਟੀਆਂ ਦੀ ਸਰਕਾਰ ਬਣ ਜਾਂਦੀ ਸੀ, ਫਿਰ ਉਹ ਚੇਅਰਮੈਨੀਆਂ ਤੇ ਅਹੁਦੇਦਾਰੀਆਂ ਲੈ ਜਾਂਦੇ ਸੀ, ਤੇ ਫਿਰ ਕਿਸਾਨੀ ਦੇ ਮੁੱਦੇ ਜਿਹੜੇ ਆ ਉਹ ਆਪਣੇ ਆਪ ਹੀ ਖਤਮ ਹੋ ਜਾਂਦੇ ਸੀ। ਸੋ ਇਹ ਸਾਡਾ ਫਰਜ਼ ਬਣਦਾ ਹੈ ਕਿ ਇਹ ਜਿਹੜੇ ਨਵੇਂ ਕਾਨੂੰਨ ਬਣ ਰਹੇ ਨੇ, ਇਹਨਾਂ ਦੀ ਪੂਰਨ ਤਰ੍ਹਾਂ ਘੋਖ ਕੀਤੀ ਜਾਵੇ, ਤੇ ਇਹ ਵੇਖਿਆ ਜਾਵੇ ਕਿ ਇਹਦੇ ਤੋਂ ਪਹਿਲਾਂ 47-48 ਸਾਲ ਪਹਿਲਾਂ ਜਦੋਂ ਆਨੰਦਪੁਰ ਸਾਹਿਬ ਦਾ ਮਤਾ ਹੋਂਦ ਦੇ ਵਿੱਚ ਆਇਆ, ਉਦੋਂ ਸਾਡੀਆਂ ਮੰਗਾਂ ਕੀ ਸੀ ਤੇ ਉਹ ਮੰਗਾਂ ਨੇ ਤੇ ਕੀ ਪੂਰਾ ਹੋਣਾ ਸੀ। ਸਾਨੂੰ ਤਾਂ ਜਿਹੜੇ ਮਿਲੇ ਹੋਏ ਹੱਕ ਸੀ, ਉਹਨਾਂ ਨੂੰ ਵੀ ਹੌਲੀ-ਹੌਲੀ ਜਿਹੜਾ ਉਹ ਘਟਾਉਣਾ ਸ਼ੁਰੂ ਕਰ ਦਿੱਤਾ ਗਿਆ। ਸੋ ਉਹ ਮੇਰੇ ਸਾਰੇ ਵੀਰਾਂ, ਭੈਣਾਂ ਤੇ ਭਰਾਵਾਂ ਨੂੰ, ਜਿਹੜੇ ਕਿ ਬਿਨਾਂ ਰਾਜਨੀਤਿਕ ਪਾਰਟੀਆਂ ਦੇ ਝੰਡੇ ਤੋਂ, ਬਿਨਾਂ ਯੂਨੀਅਨਾਂ ਦੇ ਝੰਡੇ ਤੋਂ ਆਪਣਾ ਖੂਨ ਪਸੀਨਾ ਡੋਲਣ ਦੇ ਵਾਸਤੇ ਸੜਕਾਂ ਦੇ ਉੱਪਰ ਆਏ ਨੇ, ਉਹਨਾਂ ਨੂੰ ਹੁਣ
ਆਗੂ ਬਣਨ ਦੀ ਜਿਹੜੀ ਕਵਾਇਦ ਹੈ ਉਹ ਸ਼ੁਰੂ ਕਰਨੀ ਚਾਹੀਦੀ ਹੈ, ਕਿਉਂਕਿ ਇਮਾਨਦਾਰੀ ਦੇ ਨਾਲ ਪੰਜਾਬ ਦੇ ਵਾਸਤੇ ਲੜਿਆ ਜਾ ਸਕਦਾ ਹੈ। ਮਾਫ ਕਰਨਾ, ਸੜਕਾਂ ਤੇ ਖੂਨ ਡੋਲਣ ਵਾਲੇ ਹਮੇਸ਼ਾ ਇਮਾਨਦਾਰ ਹੁੰਦੇ ਨੇ ਤੇ ਮੇਜ਼ਾਂ ਤੇ ਬਹਿ ਕੇ ਸਮਝੌਤਾ ਕਰਨ ਵਾਲੇ ਬੇਈਮਾਨੀ ਦੇ ਨਾਲ ਖੂਨ ਡੋਲਣ ਵਾਲਿਆਂ ਦੇ ਹਿੱਤਾਂ ਦਾ ਸੌਦਾ ਕਰ ਲੈਂਦੇ ਨੇ। ਸੋ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਰਲ ਮਿਲ ਕੇ ਪੰਜਾਬ ਨੂੰ, ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੀ ਆਰਥਿਕਤਾ ਨੂੰ ਬਚਾਈਏ। ਤੇ ਅੱਜ ਇੱਕ ਸੁਨਹਿਰੀ ਮੌਕਾ ਹੈ ਕਿ ਗੈਰ ਸਿੱਖਾਂ ਤੱਕ ਵੀ ਅਸੀਂ ਇਸ ਸਾਰੇ ਸੰਘਰਸ਼ ਨੂੰ ਲੈ ਕੇ ਜਾਈਏ ਕਿ ਆਹ ਵੇਖੋ, ਆਨੰਦਪੁਰ ਸਾਹਿਬ ਦਾ ਮਤਾ ਕੇਵਲ ਕਿਸਾਨ ਦੀ ਨਹੀਂ, ਬਲਕਿ ਗੈਰ ਸਿੱਖ ਦੀ, ਕਿਸਾਨ ਦੀ, ਭੌਂ ਰਹਿਤ ਕਿਸਾਨ ਦੀ, ਅਨੁਸੂਚਿਤ ਜਾਤੀਆਂ ਦੀ ਤੇ ਅਨੁਸੂਚਿਤ ਕਬੀਲਿਆਂ ਦੀ ਵੀ ਨੁਮਾਇੰਦਗੀ ਕਰਦਾ ਸੀ। ਤੁਹਾਨੂੰ ਇਸ ਸੰਘਰਸ਼ ਦੇ ਵਿੱਚ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਫਾਸ਼ੀਵਾਦੀ ਜਿਹੜੇ ਫੈਸਲੇ ਨੇ ਇਹਨਾਂ ਦੇ ਖਿਲਾਫ ਖੜਨ ਦੀ ਲੋੜ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ, ਪਿਆਰ ਸਹਿਤ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।